ਸਕਿਨ ਦੇ ਰੋਗਾਂ ਬਾਰੇ ਜੋ ਕਿ ਸਾਨੂੰ ਅਕਸਰ ਹੀ ਪਰੇਸ਼ਾਨ ਕਰਦੇ ਹਨ। ਕੁਝ ਤਾਂ ਬਹੁਤ ਘੱਟ ਸਮੇਂ ਲਈ ਆਉਂਦੇ ਨੇ ਤੇ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਕੁਝ ਬਿਮਾਰੀਆਂ ਜੋ ਜੀਵਨ ਭਰ ਸਾਡਾ ਪਿੱਛਾ ਨਹੀਂ ਛੱਡਦੇ, ਜਿਸ ਦੇ ਕਾਰਨ ਅਸੀਂ ਅਕਸਰ ਆਪਣਾ ਮਾਨਸਿਕ ਸੰਤੁਲਨ ਵੀ ਖੋ ਦਿੰਦੇ ਹਾਂ। ਚਮੜੀ ਦੇ ਰੋਗ ਜੋ ਸਾਡੇ ਸਰੀਰ ਵਿੱਚ ਕਈ ਤਰੀਕਿਆਂ ਨਾਲ ਹੁੰਦੇ ਹਨ, ਜਿਨ੍ਹਾਂ ਦਾ ਅਸਰ ਥੋੜੇ ਸਮੇਂ ਤੋਂ ਲੈ ਕੇ ਬਹੁਤ ਲੰਬੇ ਸਮੇਂ ਤੱਕ ਹੁੰਦਾ ਹੈ। ਸਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਇਹ ਰੋਗ ਸਾਨੂੰ ਕਿਉਂ ਹੋਇਆ ਹੈ। ਚਮੜੀ ਦੇ ਰੋਗ ਮੁੱਲ ਰੂਪ ਵਿੱਚ ਚਮੜੀ ਦੀ ਐਲਰਜੀ ਤੋਂ ਸ਼ੁਰੂ ਹੁੰਦੇ ਹਨ। ਜਿਹੜੀਆਂ ਬਿਮਾਰੀਆਂ ਥੋੜੇ ਸਮੇਂ ਲਈ ਹੁੰਦੀਆਂ ਹਨ ਉਹ ਸਿਰਫ ਇੱਕ ਐਲਰਜੀ ਹੀ ਹੁੰਦੀਆਂ ਹਨ, ਅਤੇ ਜਿਹੜੀਆਂ ਬਿਮਾਰੀਆਂ ਲੰਬੇ ਸਮੇਂ ਲਈ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਸੋਰਾਇਸਿਸ, ਐਗਜ਼ੀਮਾ, ਹਰਪੀਸ, ਵਿਟਿਲਿਗੋ, ਅਰਟੀਕਾਰੀਆ ਜਾਂ ਅਸੀਂ ਇਹਨੂੰ ਚਿਲਬਰਨ ਦੇ ਨਾਂ ਤੋਂ ਜਾਣਦੇ ਹਾਂ। ਚਮੜੀ ਦੀ ਐਲਰਜੀ ਤੋਂ ਇਲਾਵਾ ਇਹ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਵਿੱਚ ਸਾਡੀ ਆਪਣੀ ਰੋਗ ਪ੍ਰਤੀਰੋਧ ਪ੍ਰਣਾਲੀ ਕਰਕੇ ਹੁੰਦੀਆਂ ਹਨ, ਜਿਸ ਨੂੰ ਅਸੀਂ ਆਟੋ ਇਮਿਊਨ ਡਿਜ਼ੀਜ਼ ਵੀ ਆਖਦੇ ਹਨ। ਸਾਡੇ ਸਰੀਰ ਨੂੰ ਇਹ ਲੱਗਦਾ ਹੈ ਕਿ ਕੋਈ ਬਾਹਰੀ ਜੀਵਾਣੂ ਸਾਡੇ ਸਰੀਰ 'ਚ ਆ ਗਿਆ ਹੈ, ਔਰ ਉਸ ਬਾਹਰੀ ਜੀਵਾਣੂ ਤੋਂ ਬਚਣ ਦੀ ਖਾਤਰ ਜੋ ਕਿ ਆਪਣੇ ਹੀ ਸਰੀਰ ਦਾ ਹੁੰਦਾ ਹੈ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਇਸ ਪ੍ਰੋਗਰਾਮ ਦੇ ਰਾਹੀਂ ਅਕਸਰ ਅਸੀਂ ਗੱਲ ਕਰਦੇ ਹਾਂ ਸਰੀਰ ਦੇ ਕੁਝ ਰੋਗਾਂ ਬਾਰੇ ਤੇ ਉਹਨਾਂ ਦੇ ਹੱਲ ਬਾਰੇ। ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਚੇਚੇ ਤੌਰ ਤੇ ਮੌਜੂਦ ਨੇ ਵੈਦ ਮੁਨੀਸ਼ ਮਹਾਜਨ ਜੀ, ਜਿਨ੍ਹਾਂ ਦੇ ਨਾਲ ਅਸੀਂ ਅੱਜ ਗੱਲ ਕਰਾਂਗੇ ਸਕਿਨ ਡਿਸੀਜ਼ਸ ਬਾਰੇ। ਸੋ ਵੈਦ ਮੁਨੀਸ਼ ਮਹਾਜਨ ਜੀ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਜੇਕਰ ਜ਼ਿਕਰ ਕਰੀਏ, ਅੱਜ ਅਸੀਂ ਇੱਥੇ ਗੱਲ ਕਰ ਰਹੇ ਹਾਂ ਸਕਿਨ ਦੇ ਰੋਗਾਂ ਬਾਰੇ ਜੋ ਕਿ ਸਾਨੂੰ ਅਕਸਰ ਹੀ ਪਰੇਸ਼ਾਨ ਕਰਦੇ ਹਨ। ਕੁਝ ਤਾਂ ਬਹੁਤ ਘੱਟ ਸਮੇਂ ਲਈ ਆਉਂਦੇ ਨੇ ਤੇ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਕੁਝ ਬਿਮਾਰੀਆਂ। ਕੁਝ ਰੋਗ ਅਜਿਹੇ ਵੀ ਹੁੰਦੇ ਹੈ ਜੋ ਜੀਵਨ ਭਰ ਸਾਡਾ ਪਿੱਛਾ ਨਹੀਂ ਛੱਡਦੇ, ਜਿਸ ਦੇ ਕਾਰਨ ਅਸੀਂ ਅਕਸਰ ਆਪਣਾ ਮਾਨਸਿਕ ਸੰਤੁਲਨ ਵੀ ਖੋ ਦਿੰਦੇ ਹਾਂ, ਕਿਉਂਕਿ ਕਈ ਵਾਰ ਇਨਸਾਨ ਆਪਣੀ ਇਸ ਬਿਮਾਰੀ ਦੀ ਵਜ੍ਹਾ ਦੇ ਨਾਲ ਕਿਸੇ ਦੇ ਨੇੜੇ ਨਹੀਂ ਜਾ ਪਾਉਂਦਾ। ਸੋ ਆਪਣੇ ਪਰਿਵਾਰ ਤੇ ਆਪਣੇ ਦੋਸਤਾਂ ਤੋਂ, ਰਿਸ਼ਤੇਦਾਰਾਂ ਤੋਂ ਦੂਰ ਹੋ ਜਾਂਦਾ ਹੈ। ਚਮੜੀ ਦੇ ਰੋਗ ਜੋ ਸਾਡੇ ਸਰੀਰ ਵਿੱਚ ਕਈ ਤਰੀਕਿਆਂ ਨਾਲ ਹੁੰਦੇ ਹਨ, ਜਿਨ੍ਹਾਂ ਦਾ ਅਸਰ ਥੋੜੇ ਸਮੇਂ ਤੋਂ ਲੈ ਕੇ ਬਹੁਤ ਲੰਬੇ ਸਮੇਂ ਤੱਕ ਹੁੰਦਾ ਹੈ, ਅਤੇ ਕਈ ਵਾਰ ਇਹ ਰੋਗ ਸਾਡੀ ਜ਼ਿੰਦਗੀ ਨੂੰ ਛੱਡਣ ਦਾ ਨਾਂ ਵੀ ਨਹੀਂ ਲੈਂਦੇ। ਪਰ ਅਸੀਂ ਇਸ ਨੂੰ ਨਾ ਪਹਿਚਾਨਣ ਕਰਕੇ ਸਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਇਹ ਰੋਗ ਸਾਨੂੰ ਕਿਉਂ ਹੋਇਆ ਹੈ, ਕਿੱਦਾਂ ਹੋਇਆ ਹੈ, ਔਰ ਇਸ ਦਾ ਕੀ ਕਾਰਨ ਹੈ। ਅੱਜ ਅਸੀਂ ਆਪਣੀ ਚਰਚਾ ਵਿੱਚ ਸਿਰਫ ਇਹਨਾਂ ਚਮੜੀ ਦੇ ਰੋਗਾਂ ਦੇ ਬਾਰੇ ਵਿੱਚ ਹੀ ਗੱਲ ਕਰਾਂਗੇ। ਚਮੜੀ ਦੇ ਰੋਗ ਮੁੱਲ ਰੂਪ ਵਿੱਚ ਚਮੜੀ ਦੀ ਐਲਰਜੀ ਤੋਂ ਸ਼ੁਰੂ ਹੁੰਦੇ ਹਨ, ਔਰ ਜਿਨ੍ਹਾਂ ਨੂੰ ਅਸੀਂ ਆਟੋ ਇਮਿਊਨ ਡਿਜ਼ੀਜ਼ ਵੀ ਆਖਦੇ ਹਨ। ਜਿਹੜੀਆਂ ਬਿਮਾਰੀਆਂ ਥੋੜੇ ਸਮੇਂ ਲਈ ਹੁੰਦੀਆਂ ਹਨ ਉਹ ਸਿਰਫ ਇੱਕ ਐਲਰਜੀ ਹੀ ਹੁੰਦੀਆਂ ਹਨ, ਅਤੇ ਜਿਹੜੀਆਂ ਬਿਮਾਰੀਆਂ ਲੰਬੇ ਸਮੇਂ ਲਈ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਸੋਰਾਇਸਿਸ, ਐਗਜ਼ੀਮਾ, ਹਰਪੀਸ, ਵਿਟਿਲਿਗੋ, ਅਰਟੀਕਾਰੀਆ ਜਾਂ ਅਸੀਂ ਇਹਨੂੰ ਚਿਲਬਰਨ ਦੇ ਨਾਂ ਤੋਂ ਜਾਣਦੇ ਹਾਂ। ਚਮੜੀ ਦੀ ਐਲਰਜੀ ਤੋਂ ਇਲਾਵਾ ਇਹ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਵਿੱਚ ਸਾਡੀ ਆਪਣੀ ਰੋਗ ਪ੍ਰਤੀਰੋਧ ਪ੍ਰਣਾਲੀ ਕਰਕੇ ਹੁੰਦੀਆਂ ਹਨ, ਜਿਸ ਨੂੰ ਅਸੀਂ ਆਟੋ ਇਮਿਊਨ ਡਿਜ਼ੀਜ਼ ਵੀ ਆਖਦੇ ਹਨ। ਇਹ ਉਹ ਬਿਮਾਰੀਆਂ ਹਨ ਜਿਸ ਵਿੱਚ ਸਾਡੇ ਸਰੀਰ ਨੂੰ ਇਹ ਲੱਗਦਾ ਹੈ ਕਿ ਕੋਈ ਬਾਹਰੀ ਜੀਵਾਣੂ ਸਾਡੇ ਸਰੀਰ 'ਚ ਆ ਗਿਆ ਹੈ, ਔਰ ਉਸ ਬਾਹਰੀ ਜੀਵਾਣੂ ਤੋਂ ਬਚਣ ਦੀ ਖਾਤਰ ਜੋ ਕਿ ਆਪਣੇ ਹੀ ਸਰੀਰ ਦਾ ਹੁੰਦਾ ਹੈ, ਇਹ ਉਸ ਨੂੰ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ, ਜਿਸ ਕਰਕੇ ਇਹ ਬਿਮਾਰੀ ਸਾਡੇ ਆਪਣੇ ਹੀ ਸਰੀਰ ਦੀ ਬਣਾਈ ਹੁੰਦੀ ਹੈ। ਅੱਜ ਅਸੀਂ ਉਹਨਾਂ ਸਾਰੇ ਚਮੜੀ ਦੀਆਂ ਬਿਮਾਰੀਆਂ ਦੀਆਂ ਗੱਲਾਂ ਕਰਾਂਗੇ ਜੋ ਸਾਨੂੰ ਅਕਸਰ ਪਰੇਸ਼ਾਨ ਕਰਦੀਆਂ ਹੀ ਰਹਿੰਦੀਆਂ ਹਨ। ਇਸ ਲਈ ਇਸ ਚਰਚਾ ਵਿੱਚ ਅਸੀਂ ਪਹਿਲਾਂ ਸੋਰਾਇਸਿਸ, ਫਿਰ ਐਗਜ਼ੀਮਾ, ਫਿਰ ਹਰਪੀਸ, ਫਿਰ ਵਿਟਿਲਿਗੋ ਅਤੇ ਫਿਰ ਅਰਟੀਕਾਰੀਆ ਅਤੇ ਉਸ ਤੋਂ ਬਾਅਦ ਚਿਲਬਰਨ ਦੇ ਬਾਰੇ ਵਿੱਚ ਗੱਲ ਕਰਾਂਗੇ। ਇਹ ਉਹ ਸਾਰੀਆਂ ਬਿਮਾਰੀਆਂ ਹਨ ਜਿਹੜੀਆਂ ਇੱਕ ਆਮ ਐਲਰਜੀ ਤੋਂ ਹਟ ਕੇ ਪਾਈਆਂ ਜਾਂਦੀਆਂ। ਪਸੋਰਿਸਿਸ ਕੀ ਹੈ ਤੇ ਇਹ ਸਾਡੇ ਸਰੀਰ ਵਿੱਚ ਕਿਵੇਂ ਅਸਰ ਵਿਖਾਉਂਦੀ ਹੈ ਤੇ ਕਿੰਨੇ ਸਮੇਂ ਲਈ ਰਹਿੰਦੀ ਹੈ? ਜੀ ਦੇਖੋ ਜੀ, ਸੋਰਾਇਸਿਸ ਇੱਕ ਚਮੜੀ ਦਾ ਰੋਗ ਹੈ ਜੋ ਸਾਡੀ ਚਮੜੀ 'ਚ ਲਾਲ ਰੰਗ ਦੇ ਧੱਬੇ ਯਾਨੀ ਕਿ ਚਕੱਤੇ ਬਣਾਉਂਦਾ ਹੈ, ਜਿਸ ਵਿੱਚ ਸਾਡੀ ਚਮੜੀ ਗਿਰਦੀ ਹੀ ਰਹਿੰਦੀ ਹੈ, ਔਰ ਇੱਕ ਡੈਂਡਰਫ ਦੀ ਤਰ੍ਹਾਂ ਸਫੇਦ ਧੂੜ ਸਾਡੀ ਚਮੜੀ ਤੋਂ ਨੀਚੇ ਉਤਰਦੀ ਰਹੇਗੀ।
ਇਸ ਦੇ ਨਾਲ ਸਾਡੇ ਸਰੀਰ 'ਚ ਬਹੁਤ ਖਾਰਿਸ਼ ਹੁੰਦੀ ਹੈ। ਖਾਰਿਸ਼ ਹੋਣ ਕਰਕੇ ਇਨਸਾਨ ਇੰਨਾ ਜ਼ਿਆਦਾ ਪਰੇਸ਼ਾਨ ਹੁੰਦਾ ਕਿ ਉਹ ਆਪਣਾ ਮਾਨਸਿਕ ਸੰਤੁਲਨ ਹੀ ਖੋ ਬੈਠਦਾ। ਪਰੇਸ਼ਾਨੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਮਰੀਜ਼ ਦੀ ਸੋਸ਼ਲ ਲਾਈਫ ਅਤੇ ਪਰਸਨਲ ਲਾਈਫ ਬਿਲਕੁਲ ਖਤਮ ਹੋ ਜਾਂਦੀ ਹੈ। ਮਰੀਜ਼ ਆਪਣੇ ਆਪ ਨੂੰ ਹਰ ਜਗ੍ਹਾ ਤੇ ਛੁਪਾਉਂਦਾ ਫਿਰਦਾ, ਕਦੀ ਆਪਣਾ ਸਿਰ ਢੱਕਦਾ, ਕਦੀ ਆਪਣੀ ਉਹ ਬਾਂਹ ਢੱਕਦਾ, ਔਰ ਕਦੀ ਉਹ ਆਪਣਾ ਹਰ ਉਹ ਅੰਗ ਢੱਕਦਾ ਜਿਸ ਜਗ੍ਹਾ ਦੇ ਉੱਤੇ ਇਸ ਬਿਮਾਰੀ ਦਾ ਆਪਣਾ ਅਸਰ ਹੁੰਦਾ, ਜਿਸ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਮਾਨਸਿਕ ਤਣਾਅ ਤੋਂ ਗੁਜ਼ਰਦਾ ਹੈ। ਇਹ ਬਿਮਾਰੀ ਮੁੱਖਤः ਸਰਦੀਆਂ 'ਚ ਜ਼ਿਆਦਾ ਪਰੇਸ਼ਾਨ ਕਰਦੀ ਹੈ ਅਤੇ ਗਰਮੀਆਂ 'ਚ ਘੱਟ ਪਰੇਸ਼ਾਨ ਕਰਦੀ ਹੈ। ਵੈਸੇ ਤਾਂ ਇਹ ਮੁੱਖਤः 5 ਤਰ੍ਹਾਂ ਦੀ ਹੁੰਦੀ ਹੈ, ਜਿਸ ਵਿੱਚ ਅਸੀਂ ਇਸ ਨੂੰ ਅਲੱਗ-ਅਲੱਗ ਨਾਮਾਂ ਤੋਂ ਜਾਣਦੇ ਹਾਂ। ਪਰੰਤੂ ਇਸ ਬਿਮਾਰੀ ਦਾ ਮੁੱਖ ਕਾਰਨ ਜਿਹੜਾ ਆ ਉਹ ਸਾਡੇ ਸਰੀਰ ਦੀ ਚਮੜੀ ਦੇ ਉੱਪਰ ਲਾਲ ਧੱਬੇ ਦਾ ਹੋਣਾ, ਜੋ ਕਿ ਖਾਰਿਸ਼ ਹੋਣ ਦੇ ਕਰਕੇ ਉੱਭਰਦੇ ਹੀ ਰਹਿੰਦੇ ਹਨ, ਔਰ ਇੱਕ ਡੰਡਰਫ ਦੀ ਤਰ੍ਹਾਂ ਸਫੇਦ ਧੂਲ ਸਾਡੀ ਚਮੜੀ ਤੋਂ ਡਿੱਗਦੀ ਰਹਿੰਦੀ ਹੈ। ਬੇਸਿਕਲੀ ਇਸ ਬਿਮਾਰੀ ਦੇ ਵਿੱਚ ਸਾਡੇ ਸਰੀਰ ਦੀ ਸਕਿਨ 'ਚ ਕਈ ਪ੍ਰਕਾਰ ਦੀਆਂ ਪਰਤਾਂ ਹੁੰਦੀਆਂ, ਜੋ ਕਿ ਹਰ ਪਰਤ ਆਪਣੀ ਹਰ ਨਿਚਲੀ ਪਰਤ ਤੋਂ ਉੱਪਰ ਹੁੰਦੀ ਹੈ। ਔਰ ਜੇ ਅਸੀਂ ਇੱਦਾਂ ਸਮਝੀਏ ਕਿ ਸਾਡੀ ਸਕਿਨ ਵਿੱਚ ਕਈ ਪਰਤਾਂ ਹੁੰਦੀਆਂ ਜਿਹਨੂੰ ਅਸੀਂ ਲੇਅਰ ਆਖਦੇ ਹਾਂ, ਔਰ ਉਹੀ ਸਕਿਨ ਮਲਟੀਪਲਾਈ ਹੋ ਕੇ ਸਾਡੀ ਸਕਿਨ ਦੇ ਉੱਪਰ ਯਾਨੀ ਕਿ ਪਰਤ ਦਰ ਪਰਤ ਲੱਗੀਆਂ ਹੁੰਦੀਆਂ ਹਨ। ਜਿੱਦਾਂ ਜਿੱਦਾਂ ਸਕਿਨ ਸਾਡੀ ਬਣਦੀ ਹੈ, ਉਦਾਂ ਉਦਾਂ ਸਾਡੀ ਉੱਪਰਲੀ ਪੁਰਾਣੀ ਸਕਿਨ ਉਤਰਦੀ ਰਹਿੰਦੀ ਹੈ ਅਤੇ ਥੱਲਿਓਂ ਨਵੀਂ ਸਕਿਨ ਸਾਡੀ ਉੱਤੇ ਆਉਂਦੀ ਰਹਿੰਦੀ ਹੈ। ਸਕਿਨ ਦੀ ਇਸ ਰੂਟੀਨ ਜਾਂ ਫਨੋਮੇਨੇ ਨੂੰ ਬਣਦੇ ਹੋਏ 28 ਤੋਂ 30 ਦਿਨ ਲੱਗਦੇ ਹਨ, ਜਿਸ ਵਿੱਚ ਸਕਿਨ ਦੇ ਥੱਲੜੀ ਜਿਹੜੀ ਸਕਿਨ ਹੁੰਦੀ ਹੈ ਉਹ 28 ਦਿਨਾਂ 'ਚ ਬਣਦੀ ਹੈ ਤੇ ਹੌਲੀ ਹੌਲੀ ਉੱਪਰ ਆਉਂਦੀ ਹੋਈ ਉਹ ਸਕਿਨ 28 ਦਿਨ 30 ਦਿਨਾਂ 'ਚ ਉੱਪਰ ਆ ਜਾਂਦੀ ਹੈ ਤੇ ਉੱਪਰ ਵਾਲੀ ਜਿਹੜੀ ਸਕਿਨ ਹੁੰਦੀ ਹੈ ਹੌਲੀ ਹੌਲੀ ਝੜਦੀ ਰਹਿੰਦੀ ਹੈ। ਜਿੱਦਾਂ ਸਾਡੇ ਸਰੀਰ 'ਚ ਵਾਲ ਝੜਦੇ ਹਨ, ਉਦਾਂ ਹੀ ਸਾਡੇ ਸਰੀਰ ਦੇ ਵਿੱਚ ਸਾਡੀ ਸਕਿਨ ਵੀ ਝੜਦੀ ਰਹਿੰਦੀ ਹੈ। ਪਰੰਤੂ ਸਾਡੀ ਜਿਹੜੇ ਵਾਲ ਨੇ ਉਹ ਸਾਨੂੰ ਝੜਦੇ ਨਜ਼ਰ ਆਉਂਦੇ ਆ, ਪਰ ਸਾਨੂੰ ਸਾਡੀ ਸਕਿਨ ਝੜਦੀ ਇਸ ਲਈ ਨਜ਼ਰ ਨਹੀਂ ਆਉਂਦੀ ਕਿਉਂਕਿ ਉਹਦੇ ਪਾਰਟੀਕਲ ਬਹੁਤ ਛੋਟੇ ਹੁੰਦੇ ਹਨ। ਹੁਣ ਜੇ ਅਸੀਂ ਸੋਰਾਇਸਿਸ ਦੀ ਅਗਲੀ ਰੂਟੀਨ ਦੀ ਗੱਲ ਕਰੀਏ, ਜਦੋਂ ਸਾਨੂੰ ਸੋਰਾਇਸਿਸ ਬਿਮਾਰੀ ਹੁੰਦੀ ਹੈ ਉਦੋਂ ਜਿਹੜਾ ਇਹ ਪ੍ਰੋਸੈਸ 28 ਤੋਂ 30 ਦਿਨਾਂ ਵਿੱਚ ਹੋਣਾ ਚਾਹੀਦਾ ਸੀ, ਉਹਨੇ ਉਹੀ ਪ੍ਰੋਸੈਸ 7 ਦਿਨਾਂ ਵਿੱਚ ਹੋਣਾ ਸ਼ੁਰੂ ਹੋ ਜਾਂਦਾ, ਜਿਸ ਕਰਕੇ ਇਹ ਪ੍ਰੋਸੈਸ ਅੰਦਰੋਂ ਤਾਂ 7 ਦਿਨਾਂ 'ਚ ਹੋ ਜਾਂਦਾ, ਪਰ ਜਿਹੜਾ ਪ੍ਰੋਸੈਸ ਸਾਡੀ ਉੱਪਰਲੀ ਸਕਿਨ ਦਾ 28 ਤੋਂ 30 ਦਿਨ 'ਚ ਹੋਣਾ ਸੀ, ਉਹ ਸਾਡੀ ਸਕਿਨ ਨੂੰ ਸਮਝ ਨਹੀਂ ਆਉਂਦਾ ਕਿ ਉਹ ਇਸ ਨੂੰ ਕਿੱਦਾਂ ਉਤਾਰੇ ਜਾਂ ਉਹ ਆਪਣੇ ਸਰੀਰ ਤੋਂ ਇਨਸਟੈਂਟਲੀ ਕਿੱਦਾਂ ਝੜ ਜਾਵੇ, ਜਿਹਦੇ ਕਰਕੇ ਉਹ ਜਿਹੜੀ ਸਕਿਨ ਆ ਉੱਪਰ ਹੀ ਲੱਗੀ ਰਹਿ ਜਾਂਦੀ ਹੈ। ਉੱਪਰ ਲੱਗੀ ਹੋਈ ਸਕਿਨ ਦੇ ਕਰਕੇ ਹੀ ਉਹ 'ਚ ਖਾਰਸ਼ ਅਤੇ ਹੋਰ ਤਰ੍ਹਾਂ ਦੀਆਂ ਅਲਰਜੀਆਂ ਸ਼ੁਰੂ ਹੋ ਜਾਂਦੀਆਂ। ਸੋਰਾਸਿਸ ਬੇਸਿਕਲੀ ਇੱਕ ਸਾਡੇ ਸਕਿਨ ਦੀ ਉਹ ਬਿਮਾਰੀ ਹੈ ਜਿਹਦੇ ਕਰਕੇ ਸਾਡੀ ਉੱਪਰਲੀ ਸਕਿਨ ਦੇ ਡੈਡ ਸੈੱਲ ਨੇ, ਉਹ ਡੈਡ ਸੈੱਲ ਜਿਹੜੇ ਨੇ 28 ਤੋਂ 30 ਦਿਨ 'ਚ ਝੜਨੇ ਚਾਹੀਦੇ ਸੀ, ਜੋ ਕਿ ਹੁਣ ਨਿਚਲੀ ਸਕਿਨ ਦੇ ਕਰਕੇ 7 ਦਿਨਾਂ 'ਚ ਨਵੇਂ ਬਣ ਗਏ, ਜੋ ਕਿ ਉਹ ਸਮੇਂ ਸਿਰ ਨਹੀਂ ਝੜ ਪਾਏ। ਇਸੇ ਕਰਕੇ ਇਹਨੂੰ ਬਿਮਾਰੀ ਨੂੰ ਆਟੋ ਇਮਿਊਨ ਡਿਜ਼ੀਜ਼ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਡੀ ਅੰਦਰੂਨੀ ਹੀ ਬਿਮਾਰੀ ਹੈ ਜਿਹੜੀ ਸਾਨੂੰ ਆਟੋ ਇਮਿਊਨ ਕਰਕੇ ਗਲਤ ਸਿਗਨਲ ਦਿੰਦੀ ਹੈ ਜੀ। ਐਗਜ਼ੀਮਾ ਦਾ ਸਾਡੇ ਸਰੀਰ ਵਿੱਚ ਕੀ ਅਸਰ ਹੁੰਦਾ ਹੈ ਅਤੇ ਇਸ ਦਾ ਅਸਰ ਸਾਡੇ ਸਰੀਰ ਦੇ ਬਾਕੀ ਹਿੱਸਿਆਂ ਤੇ ਕਿਵੇਂ ਪੈਂਦਾ ਹੈ? ਜੇ ਹੁਣ ਅਸੀਂ ਐਗਜ਼ੀਮਾ ਦੀ ਗੱਲ ਕਰੀਏ ਤੇ ਸੋਰਾਇਸਿਸ ਦੀ ਤਰ੍ਹਾਂ ਹੀ ਇਸ ਬਿਮਾਰੀ ਵਿੱਚ ਸਾਡੇ ਸਰੀਰ ਦੀ ਚਮੜੀ ਤੇ ਲਾਲ ਚਕੱਤੇ ਯਾਨੀ ਕਿ ਧੱਬੇ ਹੀ ਹੁੰਦੇ ਹਨ। ਇਹਨਾਂ ਚਕੱਤਿਆਂ 'ਚ ਅਕਸਰ ਖਾਰਿਸ਼ ਹੁੰਦੀ ਹੀ ਰਹਿੰਦੀ ਹੈ, ਜਿਸ ਦੀ ਵਜ੍ਹਾ ਕਰਕੇ ਹੌਲੀ ਹੌਲੀ ਇਹ ਸਾਡੇ ਸਰੀਰ 'ਚ ਵੱਧਦੀ ਜਾਂਦੀ ਹੈ। ਪਰੰਤੂ ਐਗਜ਼ੀਮਾ ਵਿੱਚ ਸੋਰਾਇਸਿਸ ਤੋਂ ਕਈ ਗੁਣਾ ਜ਼ਿਆਦਾ ਖਾਰਿਸ਼ ਹੁੰਦੀ ਹੈ, ਜਿਸ ਦੀ ਵਜ੍ਹਾ ਕਰਕੇ ਸਾਡੀ ਚਮੜੀ ਦੇ ਵਿੱਚ ਅਕਸਰ ਲਾਲ ਖੂਨ ਦੀ ਤਰ੍ਹਾਂ ਇੱਕ ਗਿੱਲਾਪਨ ਪਾਇਆ ਜਾਂਦਾ, ਜਿਹੜਾ ਕਿ ਇੱਕ ਮੁੱਖ ਕਾਰਨ ਹੈ ਸੋਰਾਇਸਿਸ ਅਤੇ ਐਗਜ਼ੀਮਾ ਦੇ ਵਿੱਚ ਡਿਫਰੈਂਸ਼ੀਏਟ ਦਾ, ਯਾਨੀ ਕਿ ਇਹ ਇੱਕ ਵੈਕਟਰ ਡਿਜ਼ੀਜ਼ ਹੈ ਔਰ ਜਿਹੜਾ ਸੋਰਾਇਸਿਸ ਦਾ ਇੱਕ ਡਰਾਈ ਡਿਜ਼ੀਜ਼ ਹੈ। ਵੈਸੇ ਤਾਂ ਦੇਖੋ ਇਹ ਮੁੱਖਤः 2 ਪ੍ਰਕਾਰ ਨਾਲ ਸਮਝਾਈ ਜਾਂਦੀ ਹੈ, ਜਿਹਨੂੰ ਅਸੀਂ ਐਂਡਰੋਜੀਨੀਅਸ ਦੇ ਨਾਮ ਤੋਂ ਜਾਣਿਆ, ਯਾਨੀ ਕਿ ਅੰਦਰੂਨੀ ਰੂਪ 'ਚ ਹੋਣ ਵਾਲੀ ਬਿਮਾਰੀ, ਐਗਜ਼ੋਜੀਨੀਅਸ ਯਾਨੀ ਕਿ ਬਾਹਰੀ ਰੂਪ ਤੋਂ ਹੋਣ ਵਾਲੀ ਬਿਮਾਰੀ। ਇਹ 2 ਪ੍ਰਕਾਰ ਦੀ ਜ਼ਿਆਦਾਤਰ ਪਾਈ ਜਾਂਦੀ ਹੈ ਔਰ ਇਹ 'ਚ ਖੁਜਲੀ ਜ਼ਿਆਦਾ ਹੋਣ ਕਰਕੇ ਅਕਸਰ
ਉਹਨਾਂ ਜ਼ਖਮਾਂ 'ਚ ਖੂਨ ਆਉਣ ਕਰਕੇ ਇਸ ਨੂੰ ਜਿਹੜਾ ਆ ਵੈਟ ਡਿਜ਼ੀਜ਼ ਦੇ ਨਾਮ ਤੋਂ ਡਿਫਰੈਂਸ਼ੀਏਟ ਕੀਤਾ ਜਾਂਦਾ ਹੈ। ਔਰ ਜੇ ਤੁਹਾਨੂੰ ਜ਼ਿਆਦਾ ਛਿੱਕਾਂ ਆਉਣ ਚਮੜੀ ਦੇ ਰੋਗ ਦੇ ਨਾਲ ਜਾਂ ਅੱਖਾਂ 'ਚ ਅਕਸਰ ਪਾਣੀ ਆਉਂਦਾ ਰਹੇ ਤੇ ਉਹ ਇਸ ਬਿਮਾਰੀ ਦਾ ਇੱਕ ਵੱਡਿਆ ਹੋਇਆ ਰੂਪ ਹੁੰਦਾ, ਜੋ ਕਿ ਸਾਨੂੰ ਇਹ ਦਰਸਾਉਂਦਾ ਕਿ ਉਹਨਾਂ ਸਕਿਨ ਦੇ ਜ਼ਖਮਾਂ ਕਰਕੇ ਹੁਣ ਸਾਡੇ ਸਰੀਰ 'ਚ ਬੈਕਟੀਰੀਅਲ ਇਨਫੈਕਸ਼ਨ ਵੀ ਪੈਦਾ ਹੋਈ ਹੈ। ਔਰ ਵੈਸੇ ਤਾਂ ਦੇਖੋ ਐਗਜ਼ੀਮਾ ਔਰ ਸੋਰਾਇਸਿਸ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦੇ ਆ, ਪਰ ਕੁਝ ਜਿਹੜੇ ਅੰਤਰ ਨੇ ਉਹਨਾਂ ਬਾਰੇ ਜੇ ਅਸੀਂ ਗੱਲ ਕਰੀਏ ਤੇ ਐਗਜ਼ੀਮਾ ਜਿਹੜੀ ਆ ਉਹ ਇੱਕ ਵੈਟ ਡਿਜ਼ੀਜ਼ ਹੈ ਔਰ ਸੋਰਾਇਸਿਸ ਇੱਕ ਡਰਾਈ ਡਿਜ਼ੀਜ਼ ਹੈ। ਐਗਜ਼ੀਮਾ ਵਿੱਚ ਖੁਜਲੀ ਬਹੁਤ ਜ਼ਿਆਦਾ ਹੁੰਦੀ ਹੈ, ਜਦ ਕਿ ਸੋਰਾਇਸਿਸ ਵਿੱਚ ਖੁਜਲੀ ਕੋਈ ਬਹੁਤੀ ਨਹੀਂ ਹੁੰਦੀ। ਔਰ ਜਿੱਦਾਂ ਕਿ ਐਗਜ਼ੀਮਾ ਦੇ ਵਿੱਚ ਅਕਸਰ ਜਿਹੜੇ ਨੇ ਉਹ ਜ਼ਖਮ ਦਿਸਦੇ ਹੀ ਰਹਿਣਗੇ ਜਾਂ ਲਾਲ ਹੀ ਰਹਿਣਗੇ। ਔਰ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤੇ ਐਗਜ਼ੀਮਾ ਦੇ ਵਿੱਚ ਜਿਹੜੇ ਆ ਧੂਲ ਬਿਲਕੁਲ ਨਹੀਂ ਝੜਦੀ, ਜਦ ਕਿ ਸੋਰਾਇਸਿਸ 'ਚ ਅਕਸਰ ਧੂਲ ਝੜਦੀ ਹੀ ਰਹਿੰਦੀ ਹੈ। ਔਰ ਐਗਜ਼ੀਮਾ ਵਿੱਚ ਜ਼ਖਮ ਥੋੜਾ ਹਲਕਾ ਵੀ ਹੁੰਦਾ, ਜਦ ਕਿ ਸੋਰਾਇਸਿਸ ਦੇ ਵਿੱਚ ਜਿਹੜੇ ਜ਼ਖਮ ਨੇ ਜਾਂ ਜਿਹੜੀਆਂ ਚਮੜੀ ਦੀਆਂ ਪਪੜੀਆਂ ਹੁੰਦੀਆਂ ਉਹ ਮੋਟੀਆਂ ਪਪੜੀਆਂ ਜ਼ਿਆਦਾ ਪਾਈਆਂ ਜਾਂਦੀਆਂ, ਜੋ ਕਿ ਅਕਸਰ ਸੁੱਕੀਆਂ ਹੋਈਆਂ ਹੁੰਦੀਆਂ। ਔਰ ਜਿਹੜਾ ਮੇਨ ਕਾਰਨ ਮੈਂ ਤੁਹਾਨੂੰ ਦੱਸਦਾ ਹੈ ਕਿ ਐਗਜ਼ੀਮਾ ਦੇ ਵਿੱਚ ਜਿਹੜਾ ਆ ਉਹ ਜਿਹੜਾ ਡੈਂਡਰਫ ਹੈ ਉਹ ਨਹੀਂ ਉਤਰਦੀਆਂ। ਹੁਣ ਇਹ ਸਾਰੀਆਂ ਇੱਕ ਆਮ ਨਿਸ਼ਾਨੀਆਂ ਸੀ ਜਿਨ੍ਹਾਂ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਬਾਕੀ ਸਾਰੀਆਂ ਦੇਖੋ ਬਿਮਾਰੀਆਂ ਦੇ ਵਿੱਚ ਹਲਕੇ। ਪਰ ਦੇਖੋ 100 ਦੇ ਵਿੱਚੋਂ 50 ਮਰੀਜ਼ ਹੁੰਦੇ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਸਾਨੂੰ ਐਗਜ਼ੀਮਾ ਹੈ ਜਾਂ ਸਾਨੂੰ ਸੋਰਾਇਸਿਸ ਹੈ। ਸੋ ਸਾਨੂੰ ਸਭ ਤੋਂ ਪਹਿਲਾਂ ਇਹ ਡਿਫਰੈਂਸ਼ੀਏਟ ਜ਼ਰੂਰ ਕਰਨਾ ਚਾਹੀਦਾ ਕਿ ਸਾਨੂੰ ਪਹਿਲਾਂ ਕਿਹੜੀ ਬਿਮਾਰੀ ਹੈ, ਕਿਉਂਕਿ ਹਰ ਬਿਮਾਰੀ ਦਾ ਇਲਾਜ ਜਿਹੜਾ ਹੈ ਉਹ ਅਲੱਗ ਹੈ ਔਰ ਅਲੱਗ ਤਰੀਕੇ ਨਾਲ ਹੀ ਕੀਤਾ ਜਾਂਦਾ ਹੈ। ਜੀ ਮਿਹਰਬਾਨੀ। ਯੂਟੀਕੈਰੀਆ ਕੀ ਬਿਮਾਰੀ ਹੈ ਤੇ ਇਹ ਸਾਡੇ ਸਰੀਰ ਵਿੱਚ ਕਿਉਂ ਹੁੰਦੀ ਹੈ ਤੇ ਇਸ ਦਾ ਅਸਰ ਸਾਡੇ ਸਰੀਰ ਦੇ ਹੋਰ ਹਿੱਸਿਆਂ ਤੇ ਕਿਵੇਂ ਪੈਂਦਾ ਹੈ? ਅਰਟੀਕਾਰੀਆ, ਜਿਸ ਨੂੰ ਅਸੀਂ ਸ਼ੀਤ ਪਿੱਤ ਜਾਂ ਛਪਾਕੀ ਦੇ ਨਾਮ ਤੋਂ ਵੀ ਜਾਣਦੇ ਹਾਂ, ਇਹ ਬਿਮਾਰੀ ਸਾਨੂੰ ਅੰਨੇ ਬਿਮਾਰੀ ਦੀ ਤਰ੍ਹਾਂ ਸਾਡੇ ਸਰੀਰ 'ਚ ਲਾਲ ਰੰਗ ਦੇ ਚਕੱਤੇ ਬਣਾਉਂਦੀ ਹੈ, ਜਿਸ ਵਿੱਚ ਬਹੁਤ ਖਾਰਿਸ਼ ਹੁੰਦੀ ਹੈ। ਔਰ ਮਰੀਜ਼ ਅਕਸਰ ਖੁਜਲਾਉਂਦਾ ਇੰਨਾ ਦੁਖੀ ਹੋ ਜਾਂਦਾ ਕਿ ਉਹ ਮਾਨਸਿਕ ਰੂਪ ਤੇ ਵੀ ਇਸ ਖਾਰਿਸ਼ ਕਰਕੇ ਬਹੁਤ ਪਰੇਸ਼ਾਨ ਹੁੰਦਾ। ਪਰੰਤੂ ਸਮੇਂ ਦੇ ਨਾਲ ਜਿੱਦਾਂ ਇਹਦੀ ਖਾਰਿਸ਼ ਵੱਧਦੀ ਜਾਂਦੀ ਹੈ ਉੱਦਾਂ ਇਹਦਾ ਅਸਰ ਵੀ ਸਾਡੇ ਸਰੀਰ ਤੇ ਹੁੰਦਾ ਹੀ ਰਹਿੰਦਾ ਹੈ। ਦੇਖੋ ਇਹ ਬਿਮਾਰੀ ਸਾਨੂੰ ਧੁੱਪ ਦੀ ਵਜ੍ਹਾ ਦੇ ਕਰਕੇ ਹੁੰਦੀ ਹੈ, ਇਸੇ ਕਰਕੇ ਇਹਨੂੰ ਸ਼ੀਤ ਪਿੱਤ ਵੀ ਕਿਹਾ ਜਾਂਦਾ, ਕਿਉਂਕਿ ਜਦੋਂ ਵੀ ਅਸੀਂ ਕਿਸੇ ਠੰਡੇ ਦੇਸ਼, ਠੰਡੇ ਸ਼ਹਿਰ ਜਾਂ ਅਸੀਂ ਕਿਸੇ ਠੰਡੀ ਜਗ੍ਹਾ ਦੇ ਉੱਤੇ ਜਾਂਦੇ ਹਾਂ ਤੇ ਉੱਪਰ ਧੁੱਪ ਵੀ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੇ ਸਾਡੇ ਸਰੀਰ ਦੇ ਖੂਨ ਦੇ ਅੰਦਰ ਠੰਡ ਕਰਕੇ ਇੱਕ ਕਲੋਟ ਜੰਮ ਜਾਂਦੇ ਆ, ਜਿਸ ਦੀ ਵਜ੍ਹਾ ਕਰਕੇ ਇਹਨੂੰ ਸ਼ੀਤ ਪਿੱਤ ਵੀ ਆਖਿਆ ਜਾਂਦਾ। ਦੇਖੋ ਜੇ ਹੁਣ ਦੂਸਰੀ ਤਰੀਕੇ ਨਾਲ ਗੱਲ ਕਰੀਏ ਤੇ ਜਦ ਕਦੀ ਵੀ ਅਸੀਂ ਕਿਸੇ ਬਾਹਰ ਠੰਡੀ ਹਵਾ ਦੇ ਸੰਪਰਕ 'ਚ ਆਉਂਦੇ ਆ ਤੇ ਇਨਸਟੈਂਟਲੀ ਕਿਸੇ ਗਰਮ ਜਗ੍ਹਾ ਤੇ ਚਲੇ ਜਾਂਦੇ ਆ, ਉਦੋਂ ਵੀ ਸਾਡੇ ਸਰੀਰ ਦੇ ਖੂਨ ਦੇ ਸੈੱਲਾਂ ਦੇ ਅੰਦਰ ਕਲੋਟ ਜੰਮ ਜਾਂਦੇ ਆ। ਇਸ ਕਰਕੇ ਵੀ ਸਾਨੂੰ ਇਹ ਸ਼ੀਤ ਪਿੱਤ ਹੋ ਜਾਂਦੀ ਹੈ। ਕਈ ਵਾਰ ਅਸੀਂ ਕਿਸੇ ਠੰਡੇ ਸਵੀਮਿੰਗ ਪੂਲ, ਕਿਸੇ ਠੰਡੀ ਨਦੀ, ਦਰਿਆ ਜਾਂ ਸਮੁੰਦਰ ਦੇ ਪਾਣੀ 'ਚ ਨਹਾ ਕੇ ਜਦੋਂ ਬਾਹਰ ਨਿਕਲਦੇ ਆ ਤੇ ਤੇਜ਼ ਧੁੱਪ ਦੇ ਕਰਕੇ ਜਾਂ ਗਰਮੀ ਦੇ ਕਰਕੇ ਵੀ ਸਾਡੇ ਖੂਨ ਦੇ ਵਿੱਚ ਧੱਕੇ ਜੰਮ ਜਾਂਦੇ ਆ। ਇਹੀ ਕਾਰਨ ਆ ਸਾਰੇ ਜਿਨ੍ਹਾਂ ਕਰਕੇ ਇਹਨੂੰ ਸ਼ੀਤ ਪਿੱਤ ਦਾ ਨਾਮ ਦਿੱਤਾ ਜਾਂਦਾ। ਤੁਸੀਂ ਇੱਕ ਬਿਮਾਰੀ ਦਾ ਜ਼ਿਕਰ ਕਰ ਰਹੇ ਸੀ ਜਿਸ ਨੂੰ ਹਰਪੀਜ਼ ਕਿਹਾ ਜਾਂਦਾ ਹੈ, ਜੋ ਕਿ ਸਾਡੇ ਸਰੀਰ ਤੇ ਬਹੁਤ ਜਲਦੀ ਤੇ ਇਨਸਟੈਂਟਲੀ ਨਜ਼ਰ ਆਉਂਦੀ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਬਿਮਾਰੀ ਕੀ ਹੈ ਤੇ ਕਿਸ ਤਰ੍ਹਾਂ ਹੁੰਦੀ ਹੈ? ਦੇਖੋ ਜੀ, ਹਰਪੀਜ਼ ਇੱਕ ਬਿਮਾਰੀ ਨਾ ਹੁੰਦੇ ਹੋਏ ਇੱਕ ਸਿਰਫ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਕਿ ਸਾਡੇ ਮੂੰਹ ਦੇ ਕਿਨਾਰਿਆਂ ਦੇ ਉੱਤੇ ਜਾਂ ਸਾਡੇ ਲਿਪਸ ਤੇ ਜਾਂ ਸਾਡੇ ਮੂੰਹ ਦੇ ਅੰਦਰ ਜਾਂ ਸਾਡੇ ਮੂੰਹ ਦੇ ਬਾਹਰ ਇੱਕ ਸਫੇਦ ਰੰਗ ਦੇ ਧੱਬੇ ਹੋ ਜਾਂਦੇ ਨੇ ਔਰ ਜਿਹਨੂੰ ਅਸੀਂ ਵਿਟਿਲੀਗੋ ਜਾਂ ਫਲਵੈਰੀ ਸਮਝ ਬੈਠਦੇ ਹਾਂ, ਜਦ ਕਿ ਨਾ ਤਾਂ ਇਹ ਫਲਵੈਰੀ ਹੈ ਔਰ ਨਾ ਹੀ ਇਹ ਅਸੀਂ ਇਹਨੂੰ ਇੰਗਲਿਸ਼ ਕਹੀਏ ਤੇ ਵਿਟਿਲੀਗੋ ਰੋਗ ਬਿਲਕੁਲ ਨਹੀਂ ਹੈ। ਇਹ ਸਿਰਫ ਤੇ ਸਿਰਫ ਇੱਕ ਵਾਇਰਲ ਇਨਫੈਕਸ਼ਨ ਹੈ। ਪਰੰਤੂ ਇਹ ਵਾਇਰਲ ਇਨਫੈਕਸ਼ਨ ਸਾਨੂੰ ਹਮੇਸ਼ਾ ਉਦੋਂ ਹੁੰਦਾ ਜਦੋਂ ਸਾਨੂੰ ਫਲਵੈਰੀ ਹੋਣ ਵਾਲੀ ਹੁੰਦੀ ਹੈ, ਜਾਂ ਇਹਨੂੰ ਦੂਸਰੇ ਅਕਸ਼ਰਾਂ ਕਹੀਏ ਕਿ ਇਹ ਇੱਕ ਉਹ ਵਾਇਰਲ ਇਨਫੈਕਸ਼ਨ ਹੈ ਜੋ ਕਿ ਫਲਵੈਰੀ ਹੋਣ ਤੋਂ ਪਹਿਲਾਂ ਸਾਨੂੰ ਇੱਕ ਇੰਡੀਕੇਸ਼ਨ ਦਿੰਦਾ ਕਿ ਆਉਣ ਵਾਲੇ ਵਕਤ ਦੇ ਵਿੱਚ ਤੁਹਾਨੂੰ ਫਲਵੈਰੀ ਹੋਣ ਵਾਲੀ ਹੈ। ਔਰ ਇਹਦਾ ਦੂਸਰਾ ਮਤਲਬ ਜੇ ਅਸੀਂ ਕੱਢੀਏ ਤੇ ਇਹ ਇੱਕ ਸਾਈਨ ਹੈ ਜਿਸ 'ਚ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਮੇਂ ਆਉਣ ਤੋਂ ਪਹਿਲਾਂ ਜਾਂ ਫਲਵੈਰੀ ਹੋਣ ਤੋਂ ਪਹਿਲਾਂ ਸਾਨੂੰ ਆਪਣਾ ਇਲਾਜ ਕਰਾ ਲੈਣਾ ਚਾਹੀਦਾ, ਕਿਉਂਕਿ ਆਉਣ ਵਾਲੇ ਵਕਤ ਦੇ ਵਿੱਚ ਸਾਨੂੰ ਫਲਵੈਰੀ
ਹੋਣ ਵਾਲੀ ਹੈ। ਸੋ ਇੱਕ ਇਹ ਇਨੀਸ਼ੀਅਲ ਸਾਈਨ ਹੈ ਫਲਵੈਰੀ ਹੋਣ ਤੋਂ ਪਹਿਲਾਂ, ਜਿਹਨੂੰ ਅਸੀਂ ਹਰਪੀਸ ਦਾ ਨਾਮ ਤੋਂ ਜਾਣਦੇ ਹਾਂ। ਵਿਟਿਲਿਗੋ ਕੀ ਹੈ ਤੇ ਇਹ ਸਾਡੇ ਸਰੀਰ ਵਿੱਚ ਕਿਵੇਂ ਸ਼ੁਰੂ ਹੁੰਦੀ ਹੈ? ਇਸ ਦਾ ਸਾਡੇ ਸਰੀਰ ਤੇ ਕੀ ਅਸਰ ਹੁੰਦਾ ਹੈ ਤੇ ਇਸ ਦਾ ਕੀ ਅਸਰ ਪੈਂਦਾ ਹੈ? ਜੀ, ਸਰੀਰ 'ਚ ਹੋਣ ਵਾਲੇ ਸਫੇਦ ਦਾਗ ਯਾਨੀ ਕਿ ਵਿਟਿਲਿਗੋ, ਉਸ ਨੂੰ ਅਸੀਂ ਲੀਕੋਡਰਮਾ ਜਾਂ ਫਲਵੈਰੀ ਦੇ ਨਾਂ ਤੋਂ ਵੀ ਜਾਣਦੇ ਹਾਂ ਜੀ। ਇਹ ਇੱਕ ਬਹੁਤ ਹੀ ਪਰਿਵਰਤਿਤ ਬਿਮਾਰੀ ਹੈ ਜੋ ਕਿ ਕੁਝ ਹੀ ਹਫ਼ਤਿਆਂ ਦੇ ਵਿੱਚ ਪੂਰੇ ਸਰੀਰ 'ਚ ਆਪਣਾ ਅਸਰ ਦਿਖਾਉਂਦੀ ਹੈ, ਔਰ ਕੁਝ ਕੇਸਾਂ ਵਿੱਚ ਇਹ 2 ਜਾਂ 3 ਰੰਗਾਂ ਦੇ ਵਿੱਚ ਵੀ ਪਾਈ ਜਾਂਦੀ ਹੈ। ਇਹ ਬਿਮਾਰੀ ਸਾਡੇ ਮੂੰਹ ਦੇ ਅੰਦਰ ਤੋਂ ਲੈ ਕੇ ਸਾਡੇ ਸਿਰ ਦੇ ਹਰ ਹਿੱਸੇ ਤੱਕ ਵੀ ਪਹੁੰਚ ਸਕਦੀ ਹੈ ਜੀ। ਬੇਸਿਕਲੀ ਸਾਡਾ ਸਰੀਰ ਮੈਲਾਨਾਈਨ, ਜੋ ਕਿ ਸਾਡੇ ਸਰੀਰ 'ਚ ਕਲਰ ਬਣਾਉਣ ਵਾਲੇ ਸੈੱਲ ਹੁੰਦੇ ਨੇ, ਔਰ ਉਹ ਡੈਮੇਜ ਹੋ ਜਾਂਦੇ ਨੇ। ਕਲਰ ਲਿਆਉਣ ਵਾਲੇ ਮੈਲਾਨਾਈਨ ਵਾਲੇ ਸੈੱਲ ਜਾਂ ਤਾਂ ਕਮਜ਼ੋਰ ਹੋ ਜਾਂਦੇ ਆ ਜਾਂ ਤਾਂ ਉਹ ਬਿਲਕੁਲ ਹੀ ਖਤਮ ਹੋ ਜਾਂਦੇ ਆ, ਜਿਸ ਵਜ੍ਹਾ ਕਰਕੇ ਸਾਡੇ ਸਰੀਰ ਦੇ ਵਿੱਚ ਕਈ ਜਗ੍ਹਾ ਤੇ ਰੰਗ ਸਫੇਦ ਜਾਂ ਗਹਿਰੇ ਰੰਗ ਵਿੱਚ ਹੋ ਜਾਂਦਾ ਹੈ। ਇਹ ਬਿਮਾਰੀ ਸਾਡੇ ਸਰੀਰ 'ਚ ਇਮਿਊਨ ਸਿਸਟਮ ਦੇ ਓਵਰ ਐਕਟਿਵ ਹੋਣ ਦੇ ਕਰਕੇ ਹੁੰਦੀ ਹੈ, ਜਿਸ ਕਰਕੇ ਸਾਡੇ ਸਰੀਰ ਦੇ ਮੈਲਾਨਿਨ ਵਾਲੇ ਜਿਹੜੇ ਸੈੱਲ ਹੁੰਦੇ ਨੇ ਜਾਂ ਤਾਂ ਬਿਲਕੁਲ ਘੱਟ ਹੋ ਜਾਣਗੇ ਜਾਂ ਉਹ ਬਿਲਕੁਲ ਹੀ ਖਤਮ ਹੋ ਜਾਣਗੇ। ਜਦ ਸਾਡੇ ਸਰੀਰ 'ਚ ਮੈਲਾਨਾਈਨ ਵਾਲੇ ਸੈੱਲ ਮਰਨ ਲੱਗਦੇ ਆ, ਤਦ ਉਹਨਾਂ ਵਿੱਚ ਜਿਹੜੀ ਸਾਡੀ ਤਵਚਾ ਹੁੰਦੀ ਹੈ ਉਹਨਾਂ ਤੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਆ। ਖਾਸ ਕਰਕੇ ਸਾਡੇ ਉਹ ਅੰਗ ਜੋ ਕਿ ਸੂਰਜ ਦੀ ਰੋਸ਼ਨੀ ਦੇ ਸਿੱਧੇ ਸੰਪਰਕ ਦੇ ਵਿੱਚ ਆਉਂਦੇ ਹੋਣ, ਜਿੱਦਾਂ ਕਿ ਸਾਡਾ ਚਿਹਰਾ ਹੋ ਗਿਆ, ਸਾਡੇ ਹੱਥ ਹੋ ਗਏ, ਸਾਡੇ ਪੈਰ ਹੋ ਗਏ, ਸਾਡੀਆਂ ਕਲਾਈਆਂ ਹੋ ਗਈਆਂ, ਉਹ ਜ਼ਿਆਦਾ ਪ੍ਰਭਾਵਿਤ ਹੁੰਦੀਆਂ। ਔਰ ਇਹ ਬਿਮਾਰੀ ਬੇਸਿਕਲੀ ਸਾਡੇ ਹੋਣ ਤੋਂ ਬਾਅਦ ਸਾਡੇ ਮਾਨਸਿਕ ਤਣਾਅ ਦਾ ਵੀ ਕਾਰਨ ਬਣਦੀ ਹੈ, ਕਿਉਂਕਿ ਇਸ ਬਿਮਾਰੀ ਤੋਂ ਬਾਅਦ ਅਸੀਂ ਆਪਣੀ ਪ੍ਰੈਜ਼ੈਂਸ ਨਹੀਂ ਦਿਖਾ ਪਾਉਂਦੇ, ਜਿਸ ਦੀ ਵਜ੍ਹਾ ਕਰਕੇ ਇਹ ਅਕਸਰ ਸਾਡੀ ਜ਼ਿੰਦਗੀ ਦੇ ਉੱਤੇ ਆਪਣਾ ਅਸਰ ਦਿਮਾਗੀ ਰੂਪ ਤੇ ਵੀ ਬਹੁਤ ਬੁਰਾ ਦਿਖਾਉਂਦੀ ਹੈ। ਡਾਕਟਰ ਸਾਹਿਬ, ਇਹ ਬਿਮਾਰੀਆਂ ਆਖਰਕਾਰ ਸਾਨੂੰ ਹੁੰਦੀਆਂ ਕਿਉਂ ਹਨ? ਅਜਿਹੇ ਕੀ ਕਾਰਨ ਹਨ ਜਿਸ ਦੇ ਨਾਲ ਇਹ ਗੰਭੀਰ ਬਿਮਾਰੀਆਂ ਦਸਤਕ ਦਿੰਦੀਆਂ ਹਨ? ਕਿਸੇ ਨੂੰ ਛੂਹਣ ਨਾਲ ਜਾਂ ਕੁਝ ਅਜਿਹਾ ਖਾਣ ਨਾਲ? ਕਾਰਨ ਕੀ ਹਨ? ਜੀ, ਵੈਸੇ ਤਾਂ ਇਹ ਬਿਮਾਰੀਆਂ ਕਈ ਕਾਰਨਾਂ ਕਰਕੇ ਹੁੰਦੀਆਂ, ਪਰੰਤੂ ਅੱਜ ਅਸੀਂ ਸਿਰਫ ਉਹਨਾਂ ਸਾਇੰਟੀਫਿਕਲੀ ਮੈਥਡਾਂ ਦੀ ਗੱਲ ਕਰਾਂਗੇ ਜਿਹੜੇ ਪ੍ਰੂਵ ਨੇ। ਤੇ ਜੇ ਅਸੀਂ ਅੱਜ ਮਾਡਰਨ ਸਾਇੰਸ ਦੇ ਹਿਸਾਬ ਨਾਲ ਗੱਲ ਕਰੀਏ ਜਾਂ ਐਲੋਪੈਥੀ ਦੇ ਹਿਸਾਬ ਨਾਲ ਗੱਲ ਕਰੀਏ ਜਾਂ ਇੰਗਲਿਸ਼ ਮੈਡੀਸਿਨ ਸਿਸਟਮ ਦੇ ਹਿਸਾਬ ਨਾਲ ਗੱਲ ਕਰੀਏ, ਤੇ ਇਹ ਸਾਰੀਆਂ ਬਿਮਾਰੀਆਂ ਸਾਨੂੰ ਆਟੋ ਇਮਿਊਨ ਡਿਜ਼ੀਜ਼ ਦੇ ਕਰਕੇ ਹੁੰਦੀਆਂ। ਦੂਜਾ ਕਾਰਨ ਹੈ ਜੈਨੇਟਿਕਲੀ, ਯਾਨੀ ਕਿ ਪਰਿਵਾਰ ਤੋਂ ਮਿਲੀਆਂ ਹੋਈਆਂ ਬਿਮਾਰੀਆਂ। ਤੀਸਰਾ ਕਾਰਨ ਹੈ ਕਿ ਜੋ ਕਿ ਮੇਰੇ 20 ਸਾਲ ਦੇ ਐਕਸਪੀਰੀਅੰਸ ਤੋਂ ਜੇ ਲਿਆ ਜਾਵੇ ਤਾਂ ਇਹ ਸਾਰੀਆਂ ਬਿਮਾਰੀਆਂ ਦਾ ਮੁੱਖ ਕਾਰਨ ਮਾਨਸਿਕ ਤਣਾਅ, ਡਿਪਰੈਸ਼ਨ, ਸਟ੍ਰੈਸ ਜਾਂ ਟੈਨਸ਼ਨ ਵੀ ਹੈਗਾ। ਜੇ ਹੁਣ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਤੇ ਆਟੋ ਇਮਿਊਨ ਡਿਜ਼ੀਜ਼, ਬੇਸਿਕਲੀ ਇਹ ਬਿਮਾਰੀਆਂ ਮਾਡਰਨ ਸਾਇੰਸ ਦੇ ਵਿੱਚ ਜਿਨ੍ਹਾਂ ਦਾ ਕੋਈ ਕਾਰਨ ਨਹੀਂ ਮਿਲ ਪਾਉਂਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਮਾਡਰਨ ਸਾਇੰਸ ਇਹਨਾਂ ਨੂੰ ਕੋਈ ਨਾਮ ਨਹੀਂ ਦੇ ਪਾਉਂਦੀ, ਜਾਂ ਉਹਨਾਂ ਨੂੰ ਜਿਸ ਬਿਮਾਰੀ ਦਾ ਕੋਈ ਕਾਰਨ ਨਹੀਂ ਮਿਲਦਾ, ਜਾਂ ਉਹ ਇਹ ਸਾਬਿਤ ਨਹੀਂ ਕਰ ਪਾਉਂਦੇ ਕਿ ਇਹ ਬਿਮਾਰੀ ਦਾ ਕੀ ਕਾਰਨ ਹੈ, ਜਾਂ ਅਸੀਂ ਇਹ ਕਹਿ ਲਈਏ ਕਿ ਉਹ ਇਸ ਬਿਮਾਰੀ ਦੇ ਕਾਰਨ ਨੂੰ ਲੱਭਣ 'ਚ ਅਸਫਲ ਰਹਿਣ ਤੇ ਉਹਨੂੰ ਆਟੋ ਇਮਿਊਨ ਡਿਜ਼ੀਜ਼ ਦਾ ਨਾਮ ਦੇ ਦਿੰਦੇ ਹਨ। ਔਰ ਜੇ ਹੁਣ ਅਸੀਂ ਇਹਨੂੰ ਆਟੋ ਇਮਿਊਨ ਡਿਜ਼ੀਜ਼ ਦੇ ਬਾਰੇ ਗੱਲ ਕਰੀਏ ਤੇ ਇਸ ਟੈਕਨੀਕ ਦੇ ਵਿੱਚ ਜਾਂ ਪੱਧਤੀ ਦੇ ਵਿੱਚ ਸਾਡੇ ਸਰੀਰ ਨੂੰ ਇਹ ਲੱਗਦਾ ਕਿ ਕੋਈ ਬਾਹਰੀ ਜੀਵਾਣੂ ਸਾਡੇ ਸਰੀਰ 'ਚ ਆ ਗਿਆ ਜੋ ਕਿ ਸਾਡੇ ਸਰੀਰ ਦੁਆਰਾ ਨਹੀਂ ਬਣਾਇਆ ਗਿਆ, ਜਿਸ ਦੀ ਵਜ੍ਹਾ ਕਰਕੇ ਉਹ ਸਾਡੇ ਸਰੀਰ ਦਾ ਜਿਹੜਾ ਇਮਿਊਨ ਸਿਸਟਮ ਹੁੰਦਾ ਸਾਡੇ ਸਰੀਰ ਦੇ ਨਾਰਮਲ ਟਿਸ਼ੂ ਨੂੰ ਖਾਣਾ ਸ਼ੁਰੂ ਕਰ ਦਿੰਦਾ, ਯਾਨੀ ਕਿ ਸਾਡੇ ਆਪਣੇ ਸਰੀਰ ਦੇ ਨਾਰਮਲ ਟਿਸ਼ੂ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ, ਜਿਸ ਦੀ ਵਜ੍ਹਾ ਕਰਕੇ ਇਸ ਬਿਮਾਰੀ ਨੂੰ ਆਟੋ ਇਮਿਊਨ ਡਿਜ਼ੀਜ਼ ਕਿਹਾ ਜਾਂਦਾ ਹੈ। ਹੁਣ ਜੇ ਅਸੀਂ ਆਯੁਰਵੇਦ ਦੀ ਗੱਲ ਕਰੀਏ, ਮਤਲਬ ਕਿ ਮਾਡਰਨ ਸਾਇੰਸ ਤੋਂ ਹਟ ਕੇ ਪੁਰਾਣੀ ਪੱਧਤੀ ਜਾਂ ਮਾਡਰਨ ਸਾਇੰਸ ਦੀ ਗੱਲ ਕਰੀਏ, ਆਯੁਰਵੇਦ ਦੀ ਗੱਲ ਕਰੀਏ, ਤਾਂ ਇਹ ਜਿਹੜੀਆਂ ਬਿਮਾਰੀਆਂ ਦਾ ਕਾਰਨ ਹੈ ਉਹ ਇੱਕ ਸਾਡੇ ਸਰੀਰ 'ਚ ਆਮ ਵਾਤ ਕਾਰਨ ਹੁੰਦੀਆਂ, ਯਾਨੀ ਕਿ ਸਾਡੇ ਸਰੀਰ ਦਾ ਇੱਕ ਉਹ ਕੰਡੀਸ਼ਨ ਜਿਸ ਵਿੱਚ ਸਾਡੇ ਦੁਆਰਾ ਖਾਇਆ ਗਿਆ ਭੋਜਨ ਜੋ ਕਿ ਸਾਡੀਆਂ ਹੀ ਗਲਤੀਆਂ ਕਰਕੇ ਪਚ ਨਹੀਂ ਪਾਉਂਦਾ, ਔਰ ਹੌਲੀ ਹੌਲੀ ਸਾਡੇ ਸਰੀਰ ਦੇ ਅੰਦਰ ਗਲਣਾ ਸੜਨਾ ਸ਼ੁਰੂ ਕਰ ਦਿੰਦਾ, ਜਿਸ ਦੀ ਵਜ੍ਹਾ ਕਰਕੇ ਹੌਲੀ ਹੌਲੀ ਗਲਿਆ ਸੜਿਆ ਭੋਜਨ ਸਾਡੇ ਸਰੀਰ ਦੇ ਖੂਨ 'ਚ ਮਿਲਦਾ ਜਾਂਦਾ। ਸਾਡੇ ਸਰੀਰ ਦੇ ਵਿੱਚ ਉਹ ਛੋਟੀਆਂ ਛੋਟੀਆਂ ਜਗ੍ਹਾਵਾਂ ਉੱਤੇ
यानी कि साडे शरीर की चमड़ी या साडे शरीर की कोई होर वो जगह अपना स्थान बनाना शुरू कर दिंदा है, जिस वजह करके उस स्थान तो यानी कि गंदगी वाली जगह के उत्ते रोग पनपने शुरू हो जाते हैं। ਹੁਣ ਜੇ ਅਸੀਂ ਦੂਸਰੇ ਕਾਰਨ ਦੀ ਗੱਲ ਕਰੀਏ ਉਹਨੂੰ ਅਸੀਂ ਕਹਿੰਦੇ ਜੈਨੇਟਿਕਲੀ ਕਾਰਨ, ਯਾਨੀ ਕਿ ਉਹ ਇਹ ਬਿਮਾਰੀ ਸਾਨੂੰ ਸਾਡੇ ਮਾਪੇ ਤੋਂ, ਦਾਦਾ ਦਾਦੀ ਤੋਂ, ਨਾਨਾ ਨਾਨੀ ਤੋਂ ਖੂਨ ਦੇ ਦੁਆਰਾ ਸਾਡੇ ਜਨਮ ਦੇ ਵਕਤ 'ਚ ਸਾਡੇ ਸਰੀਰ 'ਚ ਆ ਜਾਂਦੀ ਹੈ। ਤੀਸਰਾ ਕਾਰਨ ਹੈ ਜੀ, ਜੋ ਮੇਰੇ 20 ਸਾਲ ਦਾ ਐਕਸਪੀਰੀਅੰਸ ਨੂੰ ਮੈਂ ਜੇ ਆਖਾਂ ਤੇ ਉਹਦੇ ਵਿੱਚ ਮਾਨਸਿਕ ਤਣਾਅ, ਡਿਪਰੈਸ਼ਨ, ਟੈਨਸ਼ਨ, ਇਹਨਾਂ ਸਭ ਨੂੰ ਜਿਹੜੇ ਮਰਜ਼ੀ ਨਾਂ ਨਾਲ ਤੁਸੀਂ ਪੁਕਾਰ ਲਓ, ਪਰ ਇਹਨਾਂ ਸਾਰਿਆਂ ਦਾ ਮਤਲਬ ਇੱਕੋ ਹੀ ਆ, ਮਾਨਸਿਕ ਪਰੇਸ਼ਾਨੀ, ਜੋ ਕਿ ਸਾਡੇ ਸਰੀਰ 'ਚ ਸਾਡੇ ਦਿਮਾਗ ਦੁਆਰਾ ਬਣਾਈ ਜਾਂਦੀ ਹੈ। ਔਰ ਬੇਸਿਕਲੀ ਇਹਦੇ ਵਿੱਚ ਸਾਡਾ ਜਿਹੜਾ ਸਰੀਰ ਹੁੰਦਾ, ਸਾਡੇ ਦਿਮਾਗ ਜਾਂ ਸਾਡੇ ਦਿਲ ਨੂੰ ਆਪਸ 'ਚ ਜੁੜਨ ਨਹੀਂ ਦਿੰਦਾ, ਜਿਸ ਦੀ ਵਜ੍ਹਾ ਕਰਕੇ ਅਸੀਂ ਆਪਣਾ ਹਰ ਕੰਮ ਬਿਨਾਂ ਦਿਲ ਤੋਂ ਕਰਦੇ ਹਾਂ। ਔਰ ਕਈ ਵਾਰ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਸਾਡਾ ਸਾਰਾ ਦਿਨ ਗੁਜ਼ਰ ਜਾਂਦਾ, ਜਦ ਕਿ ਗੁਜ਼ਰ ਨਹੀਂ ਜਾਂਦਾ, ਗੁਜ਼ਰ ਹੀ ਚੁੱਕਾ ਹੁੰਦਾ ਜੀ। ਮਸਲਨ ਸਾਨੂੰ ਪਤਾ ਹੀ ਨਹੀਂ ਲੱਗਦਾ, ਅਸੀਂ ਇੱਕ ਐਸੀ ਬੇਹੋਸ਼ੀ ਦੇ ਵਿੱਚ ਆਪਣੀ ਜ਼ਿੰਦਗੀ ਜੀਂਦੇ ਹਾਂ ਕਿ ਅਸੀਂ ਆਪਣੇ ਮਾਨਸਿਕ ਤਣਾਅ ਦੇ ਵਿੱਚ ਜਾਂ ਡਿਪਰੈਸ਼ਨ 'ਚ ਜਾਂ ਟੈਨਸ਼ਨ ਦੇ ਵਿੱਚ ਹੀ ਸਾਰਾ ਵਕਤ ਗੁਜ਼ਾਰ ਦਿੰਦੇ ਹਾਂ। ਹੁਣ ਜੇ ਮੈਂ ਇਸ ਦਿਮਾਗੀ ਕੰਡੀਸ਼ਨ ਦੀ ਗੱਲ ਕਰਾਂ, ਇਸ ਬਿਮਾਰੀ ਵਿੱਚ ਅਕਸਰ ਇਨਸਾਨ ਹਰ ਵਕਤ ਆਪਣੇ ਦਿਮਾਗ ਦੇ ਖਿਆਲਾਂ 'ਚ ਖੋਇਆ ਰਹਿੰਦਾ, ਹਰ ਵਕਤ ਕੁਛ ਨਾ ਕੁਛ ਸੋਚਦਾ ਹੀ ਰਹਿੰਦਾ, ਜਿਸ ਕਰਕੇ ਇਨਸਾਨ ਦੇ ਕੋਲ ਆਪਣੇ ਸਰੀਰ ਦੇ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੁੰਦਾ। ਉਹ ਲਗਾਤਾਰ ਹਰ ਵਕਤ ਹਰ ਉਸ ਗੱਲ ਬਾਰੇ ਜੋ ਸੋਚਦਾ ਹੈ ਜੋ ਉਸ ਦੇ ਸਰੀਰ ਤੋਂ ਦੂਰ ਦੀ ਗੱਲ ਹੁੰਦੀ ਹੈ, ਯਾਨੀ ਕਿ ਇੱਕ ਇਹ ਸਭ ਤੋਂ ਵੱਡਾ ਕਾਰਨ ਹੈ। ਔਰ ਅੱਜ ਤੱਕ ਮੈਡੀਕਲ ਸਾਇੰਸ ਨੇ ਇਹਦੇ ਬਾਰੇ ਸੋਚਣ ਦੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ। ਹੁਣ ਜੇ ਮੈਂ ਗੱਲ ਕਰਾਂ ਕਿ ਡਿਪਰੈਸ਼ਨ, ਸਟ੍ਰੈਸ, ਟੈਨਸ਼ਨ ਜਾਂ ਦੁੱਖ ਦਾ ਕੋਈ ਵੇਲਾ ਆਵੇ, ਜਦੋਂ ਇਹ ਕੰਡੀਸ਼ਨ ਸਾਡੇ ਸਰੀਰ 'ਚ ਹੁੰਦੀ ਹੈ ਤੇ ਸਾਡੇ ਸਰੀਰ ਦੀ ਓਵਰਆਲ ਬੋਡੀ ਦੀ ਇਮਿਊਨਿਟੀ ਘੱਟ ਹੁੰਦੀ ਜਾਂਦੀ ਹੈ, ਜਿਸ ਕਰਕੇ ਹਰ ਉਹ ਇਨਫੈਕਸ਼ਨ, ਚਾਹੇ ਉਹ ਬੈਕਟੀਰੀਅਲ ਇਨਫੈਕਸ਼ਨ ਹੋਵੇ, ਚਾਹੇ ਉਹ ਵਾਇਰਲ ਇਨਫੈਕਸ਼ਨ ਹੋਵੇ, ਜਾਂ ਉਹ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਸਟ੍ਰੈਸ ਹੋਵੇ, ਹਰ ਸਟ੍ਰੈਸਫੁਲ ਈਵੈਂਟ ਦੇ ਵਿੱਚ ਸਾਡੇ ਸਰੀਰ ਦੀ ਜਿਹੜੀ ਇਮਿਊਨ ਸਿਸਟਮ ਹੈ ਉਹ ਦਰ ਬਦਰ ਕਮਜ਼ੋਰ ਹੀ ਹੁੰਦਾ ਜਾਂਦਾ। ਯਾਨੀ ਕਿ ਹਰ ਸਟ੍ਰੈਸਫੁਲ ਜਿਹੜੀ ਕੰਡੀਸ਼ਨ ਹੈ ਉਹਦੇ ਵਿੱਚ ਸਾਡਾ ਦਿਮਾਗ ਤੇ ਸਾਡਾ ਸਰੀਰ ਆਪਸ 'ਚ ਕੰਪਰੋਮਾਈਜ਼ ਕਰ ਲੈਂਦਾ, ਜਿਹਦੇ ਕਰਕੇ ਸਾਡੇ ਸਰੀਰ ਦੀ ਰੋਗ ਪ੍ਰਤੀ ਰੋਗ ਸ਼ਮਤਾ ਦਿਨ ਬ ਦਿਨ ਘਟਦੀ ਹੀ ਜਾਂਦੀ ਹੈ। ਅੱਛਾ, ਸਾਨੂੰ ਇਨ ਬਿਮਾਰੀਆਂ ਤੋਂ ਕਿਵੇਂ ਬਚਾਅ ਕਰਨਾ ਚਾਹੀਦਾ ਹੈ, ਕਿਵੇਂ ਬਚਿਆ ਜਾ ਸਕਦਾ ਹੈ ਇਹੋ ਜਿਹੀਆਂ ਬਿਮਾਰੀਆਂ ਤੋਂ? ਕੁਝ ਟਿਪਸ ਜੀ, ਬਹੁਤ ਤੁਹਾਡਾ ਸਿੱਧਾ ਸਵਾਲ ਹੈ, ਜੋ ਕਿ ਬਹੁਤ ਅੱਛਾ ਸਵਾਲ ਹੈ ਜੀ। ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨਾਲ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜੀਆਂ ਤੁਸੀਂ ਐਂਟੀਕ ਅਲਰਜਿਕ ਦੀਆਂ ਦਵਾਈਆਂ ਆਪਣੀ ਸਕਿਨ ਦੀ ਬਿਮਾਰੀ ਨੂੰ ਠੀਕ ਕਰਨ ਲਈ ਖਾ ਰਹੇ ਹੋ, ਦੇਖਿਓ ਉਹਨਾਂ ਦੇ ਨਾਲ ਤੁਹਾਡੀ ਸਕਿਨ ਦੀ ਕੋਈ ਬਿਮਾਰੀ ਠੀਕ ਤਾਂ ਨਹੀਂ ਹੋਣੀ, ਉਲਟਾ ਤੁਹਾਡਾ ਲੀਵਰ ਡੈਮੇਜ ਹੋ ਸਕਦਾ, ਕਿਉਂਕਿ ਬਹੁਤੀਆਂ ਐਂਟੀ ਅਲਰਜਿਕ ਦਵਾਈਆਂ ਖਾਣ ਨਾਲ ਸਾਡਾ ਲੀਵਰ ਬਿਲਕੁਲ ਖਤਮ ਹੋ ਜਾਂਦਾ, ਜਦ ਕਿ ਉਹ ਇੱਕ ਵੱਡੀ ਬਿਮਾਰੀ ਹੈ ਤੁਹਾਡੀ ਸਕਿਨ ਡਿਜ਼ੀਜ਼ ਨਾਲੋਂ। ਤੁਹਾਨੂੰ ਚਾਹੀਦਾ ਕਿ ਆਪਣੀ ਸਕਿਨ ਡਿਜ਼ੀਜ਼ ਆਯੁਰਵੈਦਿਕ ਦਵਾਈ ਖਾ ਕੇ ਠੀਕ ਕਰੋ, ਕਿਉਂਕਿ ਮਾਡਰਨ ਸਾਇੰਸ ਦੇ ਵਿੱਚ ਜਾਂ ਐਲੋਪੈਥਿਕ ਦੇ ਵਿੱਚ ਇਹਦਾ ਕੋਈ ਬਹੁਤਾ ਵਧੀਆ ਇਲਾਜ ਨਹੀਂ ਹੈਗਾ, ਨਾ ਹੀ ਉਹ ਕੋਈ ਇਹਦਾ ਇਲਾਜ ਕਰ ਪਾਉਂਦੇ ਨੇ। ਇਸ ਲਈ ਆਯੁਰਵੈਦਿਕ ਦਵਾਈਆਂ ਨਾਲ ਆਪਣਾ ਸਕਿਨ ਦੀ ਡਿਜ਼ੀਜ਼ ਠੀਕ ਕਰੋ ਤੇ ਆਪਣੇ ਲੀਵਰ ਨੂੰ ਬਚਾ ਲਓ, ਕਿਉਂਕਿ ਲੀਵਰ ਦੀ ਬਿਮਾਰੀ ਜ਼ਿਆਦਾ ਵੱਡੀ ਬਿਮਾਰੀ ਹੈ, ਸਕਿਨ ਦੀ ਬਿਮਾਰੀ ਇੱਕ ਛੋਟੀ ਜਿਹੀ ਬਿਮਾਰੀ ਹੈ। ਇਹ 'ਚ ਇਲਾਜ ਕਰਨਾ ਬਹੁਤ ਆਸਾਨ ਹੈ, ਜਦ ਕਿ ਜੇ ਲੀਵਰ ਡੈਮੇਜ ਹੋ ਜਾਂਦਾ ਤੇ ਇਹਦਾ ਇਲਾਜ ਕਰਨਾ ਬਹੁਤ ਔਖਾ ਹੈ। ਹੁਣ ਮੈਂ ਤੁਹਾਨੂੰ ਦੂਸਰੀ ਗੱਲ ਕਰਾਂਗਾ ਕਿ ਜੇ ਤੁਸੀਂ ਕਿਸੇ ਤਰ੍ਹਾਂ ਦਾ ਐਂਟੀ ਬੈਕਟੀਰੀਅਲ, ਐਂਟੀਬਾਇਓਟਿਕ ਜਾਂ ਕਿਸੇ ਵੀ ਤਰ੍ਹਾਂ ਦਾ ਸਟੀਰੋਇਡ ਯੂਜ਼ ਕਰ ਰਹੇ ਹੋ, ਤੇ ਤੁਹਾਨੂੰ ਇਹ ਵੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਕਿਸੇ ਵੀ ਐਂਟੀ ਬੈਕਟੀਰੀਅਲ, ਐਂਟੀਬਾਇਓਟਿਕ ਜਾਂ ਸਟੀਰੋਇਡ ਨਾਲ ਤੁਹਾਡੀ ਸਕਿਨ ਦੀ ਬਿਮਾਰੀ ਠੀਕ ਨਹੀਂ ਹੋਣੀ, ਉਲਟਾ ਤੁਹਾਡੀ ਕਿਡਨੀ ਖਰਾਬ ਹੋ ਜਾਣੀ ਹੈ ਜਾਂ ਡੈਮੇਜ ਹੋ ਜਾਣੀ ਹੈ, ਜਿਸ ਦੀ ਵਜ੍ਹਾ ਨਾਲ ਤੁਸੀਂ ਡਾਇਲਿਸਿਸ ਦੀ ਜਾਂ ਕਿਡਨੀ ਫੇਲੀਅਰ ਦੀ ਕੰਡੀਸ਼ਨ ਤੇ ਪਹੁੰਚ ਜਾਣਾ, ਔਰ ਜੋ ਕਿ ਉਹ ਇੱਕ ਜ਼ਿਆਦਾ ਵੱਡੀ ਬਿਮਾਰੀ ਹੈ ਤੁਹਾਡੀ ਸਕਿਨ ਦੀ ਬਿਮਾਰੀ ਨਾਲੋਂ। ਔਰ ਅਕਸਰ ਲੋਕ ਬਾਅਦ 'ਚ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਮੈਂ ਤਾਂ ਕਦੀ ਕੋਈ ਮਾੜਾ ਕੰਮ ਨਹੀਂ ਕੀਤਾ, ਜਾਂ ਤਾਂ ਮੈਂ ਕੋਈ ਮਾੜੀ ਗੱਲ ਜਾਂ ਮੈਂ ਮਾੜੀ ਕੋਈ ਦਵਾਈ ਵੀ ਨਹੀਂ ਖਾਧੀ ਜਿਹਦੇ ਕਰਕੇ ਮੇਰੀ ਕਿਡਨੀ ਫੇਲ ਹੋ ਗਈ ਹੈ, ਜਦ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ
ਜਦੋਂ ਇਹਨਾਂ ਬਿਮਾਰੀਆਂ ਦੇ ਵਿੱਚ ਅਸੀਂ ਜ਼ਰੂਰਤ ਤੋਂ ਜ਼ਿਆਦਾ ਐਂਟੀਬਾਇਓਟਿਕ, ਐਂਟੀ ਬੈਕਟੀਰੀਅਲ ਜਾਂ ਐਂਟੀ ਐਲਰਜੀ ਗੋਲੀਆਂ ਖਾਂਦੇ ਹਾਂ, ਜਾਂ ਅਸੀਂ ਸਟੀਰੋਇਡ ਦਾ ਜ਼ਿਆਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੰਦੇ ਹਾਂ, ਸਾਡਾ ਲੀਵਰ, ਸਾਡੀ ਕਿਡਨੀ ਜਾਂ ਸਾਡੇ ਜਿਹੜੇ ਕ੍ਰਿਟੀਕਲ ਲੰਗ ਆ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਆ, ਜਿਸ ਦੀ ਵਜ੍ਹਾ ਕਰਕੇ ਇਹ ਜ਼ਿਆਦਾ ਵੱਡੀਆਂ ਬਿਮਾਰੀਆਂ, ਜਦ ਕਿ ਸਾਡੀਆਂ ਸਕਿਨ ਦੀਆਂ ਬਿਮਾਰੀਆਂ ਤੋਂ, ਕਿਉਂਕਿ ਕਿਡਨੀ ਦਾ ਖਰਾਬ ਹੋਣਾ ਜਾਂ ਲੀਵਰ ਦਾ ਖਰਾਬ ਹੋਣਾ ਜਾਂ ਇਹਨੂੰ ਦਰੁਸਤ ਕਰਨਾ ਇੱਕ ਜ਼ਿਆਦਾ ਲੰਬਾ, ਇੱਕ ਡਿਫਿਕਲਟ ਟਾਸਕ ਹੈ ਸਾਡੀ ਸਕਿਨ ਦੀ ਬਿਮਾਰੀ ਨਾਲੋਂ। ਸੋ ਸਾਨੂੰ ਆਯੁਰਵੈਦਿਕ ਦੀ ਦਵਾਈ ਦਾ ਪ੍ਰਯੋਗ ਕਰਦੇ ਹੋਏ ਸਾਨੂੰ ਆਪਣੀ ਸਕਿਨ ਦੀਆਂ ਬਿਮਾਰੀਆਂ ਠੀਕ ਕਰਨੀਆਂ ਚਾਹੀਦੀਆਂ, ਨਾ ਕਿ ਸਾਨੂੰ ਆਪਣੇ ਹੋਰ ਅੰਗਾਂ ਨੂੰ ਇਹ ਦਵਾਈਆਂ ਖਾ ਕੇ ਖਰਾਬ ਕਰ ਲੈਣਾ ਚਾਹੀਦਾ। ਸੋ ਮੇਰਾ ਤੁਹਾਨੂੰ ਇਹ ਕਹਿਣਾ ਕਿ ਇਹਨਾਂ ਸਭ ਇਹਨਾਂ ਅੰਗਰੇਜ਼ੀ ਦਵਾਈਆਂ ਤੋਂ ਬਚੋ ਤੇ ਆਯੁਰਵੇਦ ਥਾਣੀ ਆਪਣਾ ਇਲਾਜ ਕਰਾਓ। ਹੁਣ ਮੈਂ ਜੇ ਕਰਾਂ ਅੱਜ ਦੇ ਟਿਪ ਦੀ ਗੱਲ, ਤੇ ਇਹਨਾਂ ਦਵਾਈਆਂ ਨੂੰ ਘੱਟ ਕਰਦੇ ਹੋਏ, ਅੰਗਰੇਜ਼ੀ ਦਵਾਈਆਂ ਨੂੰ ਘੱਟ ਕਰਦੇ ਹੋਏ ਤੁਸੀਂ ਸਭ ਨਾਲੋਂ ਪਹਿਲਾਂ ਆਪਣਾ ਮਿੱਠਾ ਜਾਂ ਘਟਾਓ ਜਾਂ ਬਿਲਕੁਲ ਬੰਦ ਕਰੋ, ਕਿਉਂਕਿ ਇਹੀ ਉਹ ਮਿੱਠਾ ਹੈ ਜਿਹੜਾ ਤੁਹਾਡੇ ਸਰੀਰ ਦੇ ਅੰਦਰ ਤੁਹਾਡੀ ਅਲਰਜੀ ਨੂੰ ਇੱਕ ਜਗ੍ਹਾ ਤੋਂ ਟਰਾਂਸਪੋਰਟ ਕਰਦਾ ਹੋਇਆ ਦੂਜੀ ਜਗ੍ਹਾ ਤੇ ਲਿਜਾ ਰਿਹਾ, ਜਿਸ ਕਰਕੇ ਤੁਹਾਡੀ ਬਿਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਔਰ ਮਿੱਠੇ ਨੂੰ ਬੰਦ ਕਰਨ ਤੋਂ ਬਾਅਦ ਤੁਸੀਂ ਕਾਲੀ ਮਿਰਚ ਦਾ ਥੋੜਾ ਥੋੜਾ ਪ੍ਰਯੋਗ ਕਰਨਾ ਸ਼ੁਰੂ ਕਰ ਦਿਓ। ਦੇਖੋ ਇਹ ਤੇ ਡੈਫੀਨੇਟ ਹੈ ਕਿ ਕਾਲੀ ਮਿਰਚ ਦਾ ਪ੍ਰਯੋਗ ਕਰਨ ਨਾਲ ਜਾਂ ਖੰਡ ਨੂੰ ਘੱਟ ਕਰਨ ਨਾਲ ਤੁਹਾਡੀ ਬਿਮਾਰੀ ਤਾਂ ਠੀਕ ਨਹੀਂ ਹੋਏਗੀ, ਪਰੰਤੂ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਥੋੜਾ ਜਿਹਾ ਬਚ ਜਾਓਗੇ। ਔਰ ਕਾਲੀ ਮਿਰਚ ਦਾ ਪ੍ਰਯੋਗ ਕਰਨ ਤੋਂ ਬਾਅਦ ਜਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਮਿੱਠਾ ਬੰਦ ਕਰਨ ਤੋਂ ਬਾਅਦ ਆਪਣਾ ਆਯੁਰਵੈਦਿਕ ਦਵਾਈਆਂ ਨਾਲ ਆਪਣਾ ਇਲਾਜ ਕਰਾਓ, ਤਾਂ ਕਿ ਤੁਹਾਡੀ ਇਹ ਬਿਮਾਰੀ, ਸਕਿਨ ਦੀ ਕੋਈ ਵੀ ਐਲਰਜੀ ਜਾਂ ਸਕਿਨ ਦੀ ਕੋਈ ਵੀ ਹੋਰ ਬਿਮਾਰੀ ਠੀਕ ਹੋ ਸਕੇ। ਇਨ ਬਿਮਾਰੀਆਂ ਦਾ ਇਲਾਜ ਕਿਵੇਂ ਹੋ ਸਕਦਾ ਤੇ ਇਹਨਾਂ ਨੂੰ ਠੀਕ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ? ਜੀ ਦੇਖੋ, ਆਯੁਰਵੇਦ ਇੱਕ ਪੂਰਨ ਪद्धਤੀ ਹੈ ਜਿਸ ਦੇ ਕੋਲ ਇਹਨਾਂ ਸਭ ਬਿਮਾਰੀਆਂ ਦਾ ਪੂਰਨ ਇਲਾਜ ਹੈ। ਔਰ ਇਹਨਾਂ ਪद्धਤੀਆਂ 'ਚ ਔਰ ਆਯੁਰਵੇਦ ਦੇ ਵਿੱਚ ਇਹ ਸਭ ਬਿਮਾਰੀਆਂ ਕੁਝ ਹੀ ਮਹੀਨਿਆਂ ਵਿੱਚ ਪੂਰਨ ਰੂਪ ਨਾਲ ਠੀਕ ਹੋ ਜਾਂਦੀਆਂ। ਮਰੀਜ਼ ਨੂੰ ਜ਼ਿਆਦਾ ਖਮਿਆਜ਼ਾ ਵੀ ਨਹੀਂ ਭੁਗਤਣਾ ਪੈਂਦਾ, ਜਿੱਦਾਂ ਕਿ ਸਾਡਾ ਅੰਗਰੇਜ਼ੀ ਦਵਾਈਆਂ ਖਾਣ ਤੋਂ ਬਾਅਦ ਸਾਡਾ ਲੀਵਰ ਡੈਮੇਜ ਹੋ ਜਾਂਦਾ ਜਾਂ ਸਾਡੀਆਂ ਕਿਡਨੀਆਂ ਡੈਮੇਜ ਹੋ ਜਾਂਦੀਆਂ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਡਿਸਕਸ ਕਰ ਚੁੱਕਾ। ਇਹਨਾਂ ਸਾਰੀਆਂ ਬਿਮਾਰੀਆਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਡਿਸਕਸ ਕੀਤੀਆਂ, ਇਹ ਹਰ ਸਕਿਨ ਦੀ ਜਿਹੜੀ ਬਿਮਾਰੀ ਹੈ ਸਾਡੇ ਸਰੀਰ ਤੇ ਮਾਨਸਿਕ ਰੂਪ 'ਚ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਜਿਸ ਕਰਕੇ ਅਸੀਂ ਪੂਰਨ ਰੂਪ 'ਚ ਇੱਕ ਪਰਿਵਾਰਿਕ ਅਤੇ ਸਮਾਜਿਕ ਪਰਿਵਾਰ ਤੋਂ ਬਿਲਕੁਲ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਔਰ ਇਹ ਸਾਡੇ ਸਰੀਰ ਦੇ ਵਿੱਚ ਇੱਕ ਡਿਪਰੈਸ਼ਨ ਦਾ ਬਹੁਤ ਵੱਡਾ ਕਾਰਨ ਬਣਦੀ ਹੈ। ਔਰ ਜੇ ਮੈਂ ਤੁਸੀਂ ਗੱਲ ਕਰਾਂ ਕਿ ਇਲਾਜ ਦੀ, ਦੇਖੋ ਮੈਂ ਔਰ ਮੇਰੀ ਆਯੁਰਵੇਦ ਪੂਰਨ ਰੂਪ ਦੇ ਵਿੱਚ ਹਰ ਪ੍ਰਕਾਰ ਦੇ ਮਰੀਜ਼ਾਂ ਨੂੰ ਠੀਕ ਕਰਨ ਲਈ ਸਮਰਪਿਤ ਹੈ। ਔਰ ਮੈਨੂੰ ਬਹੁਤ ਖੁਸ਼ੀ ਹੋਏਗੀ ਕਿ ਮੈਂ ਤੁਹਾਡੀ ਸਹਾਇਤਾ ਤੁਹਾਡੀ ਬਿਮਾਰੀ ਨੂੰ ਠੀਕ ਕਰਨ 'ਚ ਕਰ ਸਕਾਂਗੀ। ਜੀ ਬਿਲਕੁਲ, ਧੰਨਵਾਦ ਡਾਕਟਰ ਸਾਹਿਬ। ਸੋ ਸਾਡੇ ਨਾਲ ਅੱਜ ਮੌਜੂਦ ਸੀਗੇ ਖਾਸ ਤੌਰ ਤੇ ਵੈਦ ਮੁਨੀਸ਼ ਮਹਾਜਨ ਜੀ, ਜਿਨ੍ਹਾਂ ਨੇ ਅੱਜ ਸਕਿਨ ਡਿਸੀਜ਼ਸ ਤੇ ਚਾਨਣਾ ਪਾਇਆ ਕਿ ਆਖਰਕਾਰ ਚਮੜੀ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਹੁੰਦੀਆਂ ਕਿਸ ਤਰੀਕੇ ਦੇ ਨਾਲ ਨੇ, ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਉਹਨਾਂ ਤੋਂ ਕਿਸ ਤਰੀਕੇ ਦੇ ਨਾਲ ਬਚਾਅ ਕੀਤਾ ਜਾ ਸਕਦਾ ਹੈ, ਕੀ ਕੁਝ ਖਾਣਾ ਚਾਹੀਦਾ ਹੈ, ਕਿਸ ਗੱਲ ਦਾ ਪਰਹੇਜ਼ ਕਰਨਾ ਚਾਹੀਦਾ ਹੈ, ਕਿਨ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ ਤੇ ਆਯੁਰਵੇਦਾ ਦੇ ਵਿੱਚ ਉਸ ਦਾ ਇਲਾਜ ਆਖਰਕਾਰ ਕਿਸ ਤਰੀਕੇ ਦੇ ਨਾਲ ਸੰਭਵ ਹੈ, ਅੱਜ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਦੱਸਣ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਹਫਤੇ ਫਿਰ ਹੋਵਾਂਗੇ ਹਾਜ਼ਰ ਇੱਕ ਹੋਰ ਸਰੀਰ ਦੇ ਨਾਲ ਕਿਸੇ ਅੰਗ ਨੂੰ ਲੈ ਕੇ, ਕਿਸੇ ਬਿਮਾਰੀ ਨੂੰ ਲੈ ਕੇ, ਤੇ ਲਵਾਂਗੇ ਵੈਦ ਮੁਨੀਸ਼ ਮਹਾਜਨ ਜੀ ਤੋਂ ਹੋਰ तमाम ਜਾਣਕਾਰੀ। ਤਦ ਤੱਕ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਮੈਂ ਦੋ ਇਜਾਜ਼ਤ। ਸਤਿ ਸ਼੍ਰੀ ਅਕਾਲ।